अस्सलाम वालेकुम शानी जट वीलॉग ऑफिशियल चैनल ਦੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਖੁਸ਼ਾਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਵੀ ਆਬਾਦ ਹੋ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੀ ਹਿਫਜ਼ ਅਮਾਨ ਦੇ ਵਿੱਚ ਰੱਖੇ ਆਮੀਨ। ਮੇਰੇ ਉਹ ਦੋਸਤ ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਦੇ ਵਿੱਚ ਆਏ ਨੇ ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾਓ ਤਾਂ ਕਿ ਮੇਰਾ ਵੀਲੌਗ ਪਰ ਵਕਤ ਤੁਹਾਡੇ ਤੱਕ ਪਹੁੰਚੇ ਤੇ ਮੇਰੇ ਵੀਲੌਗ ਨੂੰ आखिर तक ज़रूर वेख्या करो तो अपने ख्यालात का इजहार भी ज़रूर करिया करो, लेकिन तहजीब के दायरे नाल। जनाब एक होर पिंकी मार्केट दे विच आ गई, वो कौन है तो की काम करदी है तो उसकी वजह शोहरत की है यह तुहानूं दसने आ। दूसरा असीं तुहानूं दसने आ कि एक PTI दा जिहड़ा कारकुन कह लो, वर्कर कह लो, सोशल मीडिया एक्टिविस्ट हैगा सी, ठीक है। तो वो बारे पता लगा कि वह वफात पा गया है। इन्ना लिल्लाहि व इन्ना इलैहि राजिऊन। ਇਹਦੇ ਬਾਰੇ 'ਚ ਬੜੀ ਅਹਿਮ ਗੱਲ ਕਰਨੀ ਹੈ। ਫਿਰ ਤੀਸਰੀ ਗੱਲ ਕਰਾਂਗੇ ਮਹਿੰਗਾਈ ਦੇ ਹਵਾਲੇ ਨਾਲ। ਹੁਣੀ ਥੋੜ੍ਹੀ ਦੇਰ ਪਹਿਲੇ ਮੇਰੀ ਇੱਕ ਬੜੇ ਹੀ ਰਿਨਾਊਨ ਜਰਨਲਿਸਟ ਹੈਗੇ ਨੇ ਪਾਕਿਸਤਾਨ ਦੇ, ਉਹਨਾਂ ਦੇ ਨਾਲ ਗੁਫ਼ਤਗੂ ਹੋ ਰਹੀ ਸੀ फ़ोन 'ਤੇ ਅਤੇ ਉਹਨਾਂ ਨੇ ਮੈਨੂੰ ਕੁਛ ਗੱਲਾਂ ਕਹੀਆਂ ਨੇ ਜਿਹੜੀਆਂ ਕਿ ਮੈਂ ਇਸ ਵੀਲੌਗ ਦੇ ਵਿੱਚ ਕਰਾਂਗਾ ਅਤੇ ਹੁਕੂਮਤ ਤੱਕ ਪਹੁੰਚਾਉਣ ਦੀ ਜਿਹੜਾ ਨਾ ਮੈਂ ਪੂਰੀ ਕੋਸ਼ਿਸ਼ ਕਰਾਂਗਾ ਅਤੇ ਉਮੀਦ ਕਰਾਂਗਾ ਕਿ ਹੁਕੂਮਤ ਜਿਹੜਾ ਨਾ ਇਹਨੂੰ ਸੀਰੀਅਸਲੀ ਲੈ ਕੇ ਅਤੇ ਇਹਦੇ 'ਤੇ ਐਕਸ਼ਨ ਲਏਗੀ। ਸਭ ਤੋਂ ਪਹਿਲੇ ਤੁਹਾਨੂੰ ਦੱਸਦੇ ਹਾਂ ਕਿ ਨਈ ਪਿੰਕੀ ਮਾਰਕੀਟ ਦੇ ਵਿੱਚ ਆ ਗਈ। ਜਨਾਬ ਇਹ ਪਿੰਕੀ ਕੌਣ ਹੈ? ਇਹਦਾ ਨਾਮ ਹੈਗਾ ਅਨਮੋਲ, ਠੀਕ ਹੈ, ਅਨਮੋਲ ਪਿੰਕੀ। ਇਹ ਜਨਾਬ ਕਰਾਚੀ ਦੀ ਰਿਹਾਇਸ਼ੀ ਹੈਗੀ ਹੈ। ਗਾਰਡਨ ਅਤੇ ਇੱਕ ਹੈਗਾ ਉੱਥੇ ਇਲਾਕਾ ਜਿੱਥੇ ਰਹਿੰਦੀ ਹੈ ਅਤੇ ਉੱਥੇ ਜਨਾਬ ਇਹ ਮੰਸ਼ੀਆਤ ਦਾ ਜਿਹੜਾ ਨਾ ਕਾਰੋਬਾਰ ਕਰਦੀ ਹੈ ਅਤੇ ਇਹਨੂੰ ਜਨਾਬ ਪੁਲਿਸ ਵਾਲਿਆਂ ਨੇ ਜਿਹੜਾ ਨਾ ਰੇਡ ਕਰਕੇ ਇਹਨੂੰ ਫੜਿਆ, ਅਰੈਸਟ ਕੀਤਾ ਅਤੇ ਇਹਦੇ ਕੋਲੋਂ ਜਨਾਬ 20-25 ਲੱਖ ਦੀ ਮਾਲੀਅਤ ਦੀ ਕੋਕੇਨ ਬਰਾਮਦ ਹੋਈ ਹੈ ਅਤੇ ਇਹਦੇ ਕੋਲ ਅਸਲਾ ਵੀ ਬਰਾਮਦ ਹੋਇਆ, ਗੈਰ ਮੁਲਕੀ ਨਾਜਾਇਜ਼ ਅਸਲਾ ਵੀ ਬਰਾਮਦ ਹੋਇਆ ਅਤੇ ਇਹਨੂੰ ਜਿਹੜਾ ਨਾ ਪੁਲਿਸ ਨੇ ਅਰੈਸਟ ਕਰਕੇ ਜਿਹੜਾ ਨਾ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ। ਇਹਦੀ ਜਨਾਬ ਇੱਕ ਆਡੀਓ ਵੀ ਬੜੀ ਵਾਇਰਲ ਹੋਈ ਹੈ। ਹੁਣ ਕਹਿਣ ਵਾਲੇ ਕਹਿੰਦੇ ਨੇ ਕਿ ਜਨਾਬ ਇਹ ਬੜੀ ਬਾਅਸਰ ਖਾਤੂਨ ਹੈ। ਇਹਦੇ ਤਕਰੀਬਨ ਕੋਈ 800-900 ਜਿਹੜੇ ਨੇ ਨਾ ਕਸਟਮਰ ਹੈਗੇ ਨੇ ਕਿ ਜਿਹੜੇ ਇਹਦੇ ਕੋਲੋਂ ਮੰਸ਼ੀਆਤ ਲੈਂਦੇ ਨੇ ਅਤੇ ਇਹ ਜਨਾਬ ਔਨਲਾਈਨ ਧੰਦਾ ਵੀ ਕਰਦੀ ਹੈ, ਠੀਕ ਹੈ। ਅਤੇ ਇਹਨੇ ਜਨਾਬ ਰਾਈਡਰਸ ਰੱਖੇ ਨੇ, ਬਕਾਇਦਾ ਰਾਈਡਰਸ ਜਿਹਦੇ 'ਚ ਖਵਾਤੀਨ ਜ਼ਿਆਦਾ ਹੈਗੀਆਂ ਨੇ ਕਿ ਜਿਹੜੀਆਂ ਡੋਰ ਟੂ ਡੋਰ ਜਿਹੜਾ ਨਾ ਮੰਸ਼ੀਆਤ ਸਪਲਾਈ ਕਰਦੀਆਂ ਨੇ। ਇਹਦੇ ਦੋ ਸਗੇ ਭਰਾ ਉਹ ਵੀ ਮੰਸ਼ੀਆਤ ਦਾ ਕਾਰੋਬਾਰ ਕਰਦੇ ਨੇ ਅਤੇ ਉਹ ਪਿਛਲੇ ਸਾਲ ਜਿਹੜਾ ਸੀ ਨਾ ਉਹ ਫੜੇ ਗਏ ਨੇ ਡਿਫੈਂਸ ਦੇ ਇਲਾਕੇ ਦੇ ਵਿੱਚ ਅਤੇ ਹਾਲੇ ਤੱਕ ਜਿਹੜਾ ਨਾ ਉਹ ਜੇਲ੍ਹ ਦੇ ਵਿੱਚ ਹੈਗੇ ਨੇ। ਇਹ ਜਿਹੜੀ ਸੀ ਨਾ ਇਹਦੇ ਉੱਤੇ ਜਨਾਬ 900 ਮੁਕੱਦਮਾਤ ਦਰਜ ਹੈਗੇ ਨੇ, ਲੇਕਿਨ ਇਹਦੇ 'ਤੇ ਹੱਥ ਕੋਈ ਨਹੀਂ ਪਾ ਰਿਹਾ ਸੀ। ਅਨਮੋਲ ਪਿੰਕੀ ਦੇ ਉੱਤੇ ਹੱਥ ਕੋਈ ਨਹੀਂ ਪਾ ਰਿਹਾ ਸੀ, ਠੀਕ ਹੈ। ਅਤੇ ਕਹਿਣ ਵਾਲੇ ਕਹਿੰਦੇ ਨੇ ਕਿ ਇਹਦੇ ਨਾਲ ਜਿਹੜੇ ਹੈਗੇ ਨੇ ਨਾ ਬੜੇ ਹੀ ਤਾਕਤਵਰ ਅਤੇ ਬਾਅਸਰ ਜਿਹੜੇ ਹੈਗੇ ਨੇ ਨਾ ਉਹ ਅਫਰਾਦ ਉਹਨਾਂ ਦੇ ਨਾਲ ਰਾਬਤੇ ਨੇ ਅਤੇ ਉਹਨਾਂ ਦਾ ਹੱਥ ਜਿਹੜਾ ਨਾ ਇਹਦੇ ਸਿਰ ਦੇ ਉੱਤੇ ਹੈਗਾ ਅਤੇ ਇਹਦੀ ਵਜ੍ਹਾ ਨਾਲ ਉਹ ਫੜੇ ਨਹੀਂ ਜਾ ਰਹੇ ਸਨ, ਯਾਨੀ ਕਿ ਇਹ ਫੜੀ ਨਹੀਂ ਜਾ ਰਹੀ ਸੀ ਅਤੇ ਉਹ ਪੁਲਿਸ ਵਾਲੇ ਜਿਹੜੇ ਸਨ ਉਹ ਫੜ ਨਹੀਂ ਰਹੇ ਸਨ। ਇਹਦੀ ਜਿਹੜੀ ਆਡੀਓ ਇੱਕ ਲੀਕ ਹੋਈ ਨਾ ਉਹਦੇ ਵਿੱਚ ਬਕਾਇਦਾ ਇਹ ਪੁਲਿਸ ਵਾਲੇ ਜਿਹੜੇ ਹੈਗੇ ਨੇ ਨਾ ਪੁਲਿਸ ਡਿਪਾਰਟਮੈਂਟ ਉਹਨਾਂ ਦਾ ਮਜ਼ਾਕ ਉਡਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਕਹਿੰਦੀ ਹੈ ਜਨਾਬ ਆਪਣੀ ਆਡੀਓ ਦੇ ਵਿੱਚ ਕਿ ਤੁਸੀਂ ਜਿਹੜੇ ਨਾ ਦਿਮਾਗ ਦੇ ਨਾਲ ਹੀ ਸੋਚ ਰਹੇ, ਤੁਹਾਡੀ ਅਕਲ ਜਿਹੜੀ ਨਾ ਗਿੱਟਿਆਂ ਦੇ ਵਿੱਚ ਹੈਗੀ ਹੈ ਅਤੇ ਤੁਸੀਂ ਜਦੋਂ ਦਿਮਾਗ ਨਾਲ ਸੋਚੋਗੇ ਤਾਂ ਫਿਰ ਤੁਸੀਂ ਵੀ ਇੱਕ ਬ੍ਰਾਂਡ ਬਣ ਜਾਓਗੇ, ਮੇਰੀ ਤਰ੍ਹਾਂ, ਪਿੰਕੀ ਦੀ ਤਰ੍ਹਾਂ ਇੱਕ ਬ੍ਰਾਂਡ ਬਣ ਜਾਓਗੇ। ਅਤੇ ਉਹ ਕਹਿੰਦੀ ਹੈ ਕਿ ਪੂਰਾ ਮਾਸ਼ਰਾ ਜਿਹੜਾ ਨਾ ਪੂਰਾ ਜ਼ਮਾਨਾ, ਪੂਰੀ ਦੁਨੀਆ ਮੈਨੂੰ ਸਲਾਮ ਠੋਕਦੀ ਹੈ ਅਤੇ ਤੁਸੀਂ ਬੜੀ ਕੋਸ਼ਿਸ਼ ਕੀਤੀ ਹੈ ਮੈਨੂੰ ਫੜਨ ਦੀ, ਲੇਕਿਨ ਤੁਸੀਂ ਨਹੀਂ ਫੜ ਸਕੇ। ਕਈ ਪੁਲਿਸ ਵਾਲੇ ਆਏ ਜਿਹੜੇ ਮੇਰੇ 'ਤੇ ਹੱਥ ਪਾਉਣਾ ਚਾਹੁੰਦੇ ਸਨ, ਅੱਜ ਉਹ ਰਿਟਾਇਰਡ ਹੋ ਕੇ ਅਤੇ ਘਰ ਬੈਠੇ ਨੇ ਅਤੇ ਮੈਨੂੰ ਫ਼ੋਨ ਕਰਕੇ ਕਹਿੰਦੇ ਨੇ ਕਿ ਹਾਂ ਬਈ ਤੂੰ ਸਾਡੀ ਮਾਂ ਹੈ ਅਤੇ ਤੂੰ ਜਿਹੜੇ ਨਾ ਵੱਧ ਅਸੀਂ ਤੇਰੇ ਅੱਗੇ ਕੁਛ ਨਹੀਂ ਹੈਗੇ ਅਤੇ ਤੁਸੀਂ ਵੀ ਹੁਣ ਜਿਹੜੇ ਹੈਗੇ ਹੋ ਅਤੇ ਮੌਜੂਦਾ ਪੁਲਿਸ ਆਫਿਸਰ ਉਹਨਾਂ ਨੂੰ ਮੁਖਾਤਬ ਕਰਕੇ ਕਹਿ ਰਹੇ ਤੁਸੀਂ ਵੀ ਜਿਹੜੇ ਹੋ ਤੁਸੀਂ ਵੀ ਆਉਣ ਵਾਲੇ 5-6 ਸਾਲਾਂ 'ਚ ਇਹੀ ਕਹਿ ਕੇ ਅਤੇ ਰਿਟਾਇਰਡ ਹੋ ਕੇ ਅਤੇ ਆਪਣੀ ਗੁੰਮਨਾਮੀ ਦੀ ਜ਼ਿੰਦਗੀ ਗੁਜ਼ਾਰੋਗੇ। ਤੁਸੀਂ 10-15 ਬੜੀ ਜੰਮ ਕੇ ਵੀ ਆ ਜਾਓਗੇ ਨਾ ਅਤੇ ਇਹਦੇ ਵੀ ਤੁਸੀਂ ਮੇਰੇ 'ਤੇ ਹੱਥ ਨਹੀਂ ਪਾ ਸਕੋਗੇ ਕਿਉਂਕਿ ਮੈਂ ਬੜੀ ਕੋਈ ਬਲਾ ਚੀਜ਼ ਬਣ ਚੁੱਕੀ ਹਾਂ ਅਤੇ ਤੁਹਾਡੀ ਪਹੁੰਚ ਤੋਂ ਬਹੁਤ ਦੂਰ ਹੈਗੀ ਹਾਂ। ਅਤੇ ਇਸ ਤਰ੍ਹਾਂ ਦੀ ਜਨਾਬ ਉਹਦੀ ਆਡੀਓ ਇੱਕ ਮਾਰਕੀਟ ਦੇ ਵਿੱਚ ਆਈ ਹੈ ਜਿਹੜੀ ਬੜੀ ਵਾਇਰਲ ਹੋ ਰਹੀ ਹੈ। ਅਤੇ ਅਨਮੋਲ ਪਿੰਕ ਨੂੰ ਜਨਾਬ ਅਰੈਸਟ ਕਰਕੇ ਅਤੇ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਅਤੇ ਉਹ ਜਿਹੜਾ ਇੱਕ ਤਫਤੀਸ਼ੀ ਅਫਸਰ ਸੀ ਉਹ ਜਨਾਬ ਉਹਦੇ ਪਿੱਛੇ ਇਸ ਤਰ੍ਹਾਂ ਆ ਰਿਹਾ ਸੀ ਕਿ ਜਿਵੇਂ ਇਹਦਾ ਕੋਈ ਖਾਦਮ ਹੈ ਅਤੇ ਉਹਨੂੰ ਬਕਾਇਦਾ ਗਾਈਡ ਕਰ ਰਿਹਾ ਸੀ ਕਿ ਜੀ ਸੱਜੇ ਹੋ ਜਾਓ ਅਤੇ ਖੱਬੇ ਹੋ ਜਾਓ ਅਤੇ ਇੱਧਰ ਚਲੇ ਜਾਓ ਅਤੇ ਉੱਧਰ ਚਲੇ ਜਾਓ, ਠੀਕ ਹੈ।
ਤੇ ਉਹ ਜਨਾਬ ਬਿਲਕੁਲ ਨੌਕਰਾਂ ਦੀ ਤਰ੍ਹਾਂ ਜਿਹੜਾ ਸੀ ਨਾ ਪਿੱਛੇ ਸੀ। ਤੇ ਇਹ ਜਨਾਬ ਬਿਲਕੁਲ ਤੁਸੀਂ ਇਹਦੀ ਵੀਡੀਓ ਚੈੱਕ ਕਰੋਗੇ ਨਾ ਤੇ ਤੁਸੀਂ, ਮੈਂ ਹੁਣ ਇੱਥੋਂ ਵੀਡੀਓ ਲਾ ਨਹੀਂ ਸਕਦਾ ਕਿਉਂਕਿ ਮੈਨੂੰ ਜਿਹੜਾ ਨਾ ਅੱਛਾ ਨਹੀਂ ਲੱਗ ਰਿਹਾ, ਕਿਉਂਕਿ ਮੇਰੀਆਂ ਮਾਵਾਂ ਭੈਣਾਂ ਤੇ ਬੇਟੀਆਂ ਵੀ ਦੇਖਦੀਆਂ ਨੇ ਤੇ ਅੱਛਾ ਨਹੀਂ ਲੱਗਦਾ ਕਿ ਮੈਂ ਉਹ ਚੀਜ਼ ਲਾਵਾਂ। ਤੇ ਜਨਾਬ ਉਹ ਜਿਸ ਕੱਪੜਿਆਂ ਦੇ ਵਿੱਚ ਆਈ ਨਾ, ਤੇ ਉਹਦੇ ਕੱਪੜੇ ਹੀ ਦੱਸ ਰਹੇ ਸਨ ਕਿ ਜੀ ਉਹਦਾ ਲਿਬਾਸ ਜਿਹੜਾ ਦੱਸ ਸੀ, ਉਹਦੇ ਚੱਲਣ ਦਾ ਸਟਾਈਲ ਹੀ ਐਸਾ ਦੱਸੀ ਕਿ ਕੋਈ ਬੜੀ ਵੱਡੀ ਕੋਈ ਗੁੰਡੀ ਰਾਨੀ ਹੀ ਹੈ ਤੇ ਬਹੁਤ ਵੱਡੀ ਕੋਈ ਤੋਪ ਚੀਜ਼ ਜਾਂ ਬਦਮਾਸ਼ ਔਰਤ ਹੈ ਕਿ ਜਿਹੜੀ ਕਿਸੇ ਚੀਜ਼ ਦਾ ਵੀ ਖਿਆਲ ਨਹੀਂ ਕਰਦੀ, ਨਾ ਕਿਸੇ ਇਸ ਚੀਜ਼ ਦਾ ਖਿਆਲ ਕਰ ਲਈ ਕਿ ਮੈਂ ਕਿਸ ਤਰ੍ਹਾਂ ਦੇ ਕੱਪੜੇ ਪਾਏ ਨੇ, ਠੀਕ ਹੈ, ਤੇ ਮੇਰਾ ਜਿਸਮ ਨਜ਼ਰ ਆ ਰਿਹਾ ਤੇ ਫਲਾਣਾ ਢਮਕਾਣਾ। ਉਹਨੇ ਕਿਹਾ ਮੈਂ ਕਿਸੇ ਨੂੰ ਕੁਝ ਸਮਝ ਹੀ ਨਹੀਂ ਤੇ ਮੈਂ ਹੀ ਸਭ ਕੁਛ ਹੈਗੀ ਹਾਂ, ਮੈਂ ਹੀ ਕਾਨੂੰਨ ਆ ਤੇ ਮੈਂ ਹੀ ਅਦਾਲਤ ਆ ਤੇ ਮੈਂ ਹੀ ਜੱਜ, ਮੈਂ ਹੀ ਇਨਸਾਫ, ਮੈਂ ਹੀ ਸਭ ਕੁਛ ਹੈਗੀ। ਤੋ ਇਹ ਕਰਦੀ ਤੇ ਜਿਹੜੀ ਨਾ ਅਦਾਲਤ ਦੇ ਵਿੱਚ ਆ ਰਹੀ ਹੈ, ਤੁਸੀਂ ਦੇਖੋਗੇ ਤਾਂ ਤੁਸੀਂ ਆਪ ਕੰਨਾਂ ਨੂੰ ਹੱਥ ਲਾਓਗੇ ਕਿ ਇਹ ਔਰਤ ਨਹੀਂ ਹੈਗੀ, ਇਹ ਔਰਤ ਦੇ ਨਾਮ ਤੇ ਧੱਬਾ ਹੈ। ਤੇ ਜਨਾਬ ਉਹਨੂੰ ਅਦਾਲਤ ਦੇ ਵਿੱਚ ਬਗੈਰ ਹੱਥਕੜੀਆਂ ਲਾਏ ਪੇਸ਼ ਕੀਤਾ ਗਿਆ। ਉਹਦੇ ਹੱਥ 'ਚ ਸਿਰਫ ਪਾਣੀ ਦੀ ਬੋਤਲ ਸੀ, ਬਾਕੀ ਉਹਦੇ ਪਿੱਛੇ ਜਿਹੜਾ ਸੀ ਉਹਦਾ ਇੱਕ ਖਾਦਮ ਸੀ ਜਿਹੜਾ ਤਫਤੀਸ਼ੀ ਅਫਸਰ ਸੀ, ਉਹ ਲੈ ਕੇ ਉਹਨੂੰ ਆਇਆ ਤੇ ਅਦਾਲਤ ਦੇ ਸਾਹਮਣੇ ਪੇਸ਼ ਕੀਤਾ। ਜੱਜ ਨੇ ਪਹਿਲੇ ਜ਼ਰਾ ਬਰਹਮੀ ਦਾ ਇਜ਼ਹਾਰ ਕੀਤਾ ਕਿ ਇਹਨੂੰ ਹੱਥਕੜੀਆਂ ਨਹੀਂ ਲਾਈਆਂ ਤੇ ਐਡੀ ਖਤਰਨਾਕ ਮੁਲਜ਼ਮ ਹੈਗੀ ਹੈ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਲੈ ਕੇ ਰਹੋ ਕਿ ਜਿਵੇਂ ਕਿ ਸਾਡੀ ਮਾਂ ਲੱਗਦੀ ਹੈ ਜਾਂ ਕੋਈ ਬੜੀ ਵੱਡੀ ਮਿਨਿਸਟਰ ਹੈ ਜਾਂ ਕੋਈ ਬਹੁਤ ਕੋਈ ਤੋਪ ਚੀਜ਼ ਹੈ। ਲੇਕਿਨ ਉਹਦੇ ਬਾਵਜੂਦ ਵੀ ਜੱਜ ਨੇ ਜਿਹੜਾ ਨਾ ਉਹਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਜਿਹੜਾ ਨਾ ਉਹਨੂੰ ਅਦਾਲਤ ਉਹ ਜੇਲ੍ਹ ਦੇ ਵਿੱਚ ਭੇਜ ਦਿੱਤਾ। ਰਿਮਾਂਡ ਨਹੀਂ ਲੈਣ ਦਿੱਤਾ, ਪੁਲਿਸ ਰਿਮਾਂਡ ਮੰਗ ਰਹੀ ਸੀ ਕਿ ਜੀ ਰਿਮਾਂਡ ਦਿਓ, ਲੇਕਿਨ ਨਹੀਂ ਦਿੱਤਾ ਰਿਮਾਂਡ, ਠੀਕ ਹੈ। ਤੇ ਉਹਨੂੰ ਜਿਹੜਾ ਸੀ ਨਾ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ। ਜਨਾਬ ਇਹ ਖਬਰ ਜੰਗਲ ਦੇ ਵਿੱਚ ਅੱਗ ਦੀ ਤਰ੍ਹਾਂ ਜਿਹੜਾ ਸੀ ਨਾ ਫੈਲ ਗਈ ਤੇ ਜਦੋਂ ਸਰਕਾਰ ਨੂੰ ਪਤਾ ਲੱਗਾ, ਸਿੰਧ ਸਰਕਾਰ ਨੂੰ, ਤੇ ਉਹਨਾਂ ਦੇ ਹੱਥਾਂ ਦੇ ਤੋਤੇ ਉੜ ਗਏ ਤੇ ਉਹ ਹੁਣ ਇੱਕ ਦੂਸਰਿਆਂ ਦੇ ਨਾਲ ਗੱਲਾਂ ਕਰਨ ਕਿ ਵੀ ਹੁਣ ਕੀ ਕਰੀਏ, ਇਹ ਤੇ ਬਹੁਤ ਸਾਡੀ ਉੱਤੇ ਇੱਕ ਸਵਾਲੀਆ ਨਿਸ਼ਾਨ ਹੈ। ਉਧਰ ਦੇ ਜਿਹੜੇ ਵਜ਼ੀਰੇ ਦਾਖਲਾ ਨੇ ਸਿੰਧ ਦੇ, ਉਹਨਾਂ ਨੇ ਜਨਾਬ ਜੀ ਉਹਦਾ ਫੌਰੀ ਐਕਸ਼ਨ ਲਿੱਤਾ ਤੇ ਜਿਹੜੇ ਇਹ ਹੈਗੇ ਸਨ ਡਿਊਟੀ ਦੇ ਵਿੱਚ ਤਾਇਨਾਤ ਪੁਲਿਸ ਵਾਲੇ, ਉਹਨਾਂ ਨੂੰ ਜਨਾਬ ਮੁਅੱਤਲ ਕੀਤਾ, ਕਈਆਂ ਦੀ ਕਲਾਸ ਲਿੱਤੀ ਤੇ ਬਕਾਇਦਾ ਉਹਨੇ ਇੱਕ ਬੀਪੜ ਦਿੱਤਾ ਕਿ ਜੀ ਮੈਂ ਇਹਨੂੰ ਛੱਡਾਂਗਾ ਨਹੀਂ ਤੇ ਮੈਂ ਇਹ ਨਹੀਂ ਕਰਾਂਗਾ ਤੇ ਉਹ ਨਹੀਂ ਕਰਾਂਗਾ। ਜੀ ਉਹਦੇ ਵਿੱਚ ਜਨਾਬ ਉਹਨੇ ਆਪਣਾ ਇੱਕ ਛੋਟਾ ਜਿਹਾ ਇੰਟਰਵਿਊ ਦਿੱਤਾ ਤੇ ਉਹਨੇ ਕਿਹਾ ਜੀ ਕਿ ਤੁਸੀਂ ਬੇਫਿਕਰ ਹੋਇਓ, ਇਨਸ਼ਾ ਅੱਲਾਹ ਤਾਲਾ ਇਹਨੂੰ ਅਸੀਂ ਸਖਤ ਤੋਂ ਸਖਤ ਜਿਹੜਾ ਨਾ ਅਸੀਂ ਸਜ਼ਾ ਦਿਲਵਾਵਾਂਗੇ, ਆਜ਼ਾਦ ਨਹੀਂ ਹੋਏਗੀ। ਬਸ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ ਨੇ। ਮੈਂ ਸਿਰਫ ਤੁਹਾਨੂੰ ਇੰਨਾ ਦੱਸਣਾ ਚਾਹੁੰਦਾ ਕਿ ਤੁਸੀਂ ਸਿੰਧ ਦੇਖ ਲਓ ਤੇ ਤੁਸੀਂ ਖੈਬਰ ਪਖਤੂਨਖਵਾ ਦੇਖ ਲਓ, ਇਹ ਮਨਸ਼ਿਆਤ ਦਾ ਅੱਡਾ ਬਣ ਚੁੱਕੇ ਨੇ, ਠੀਕ ਹੈ। ਹਰ ਕਿਸਮ ਦੀ ਮਨਸ਼ਿਆਤ ਤੁਹਾਨੂੰ ਜਿਹੜੀ ਨਾ ਇੱਥੇ ਮਿਲਦੀ ਵੀ ਨਜ਼ਰ ਆਈ, ਹਰ ਕਿਸਮ ਦੀ ਦਹਿਸ਼ਤਗਰਦੀ ਤੇ ਹਰ ਕਿਸਮ ਦੇ ਗੁੰਡੇ ਜਿਹੜੇ ਨੇ ਨਾ ਤੁਹਾਨੂੰ ਇਹਨਾਂ ਦੋਵਾਂ ਸੂਬਾਂ ਦੇ ਵਿੱਚ ਵਾਫਰ ਮਿਕਦਾਰ ਦੇ ਵਿੱਚ ਮਿਲਦੇ ਹੋਏ ਨਜ਼ਰ ਆਉਣਗੇ। ਤੇ ਕਾਨੂੰਨ ਨਾਮ ਦੀ ਚੀਜ਼ ਹੀ ਕੋਈ ਨਹੀਂ ਹੈ। ਕਾਨੂੰਨ ਨੂੰ ਤੇ ਉਹਨਾਂ ਨੇ ਬਿਲਕੁਲ ਹੀ ਜਿਹੜਾ ਨਾ ਆਪਣੀ ਉਹ ਲੌਂਡੀ ਬਣਾ ਕੇ ਰੱਖ ਲਿਆ ਕਿ ਇਹ ਸਾਡੀ ਲੌਂਡੀ ਹੈਗੀ ਹੈ, ਠੀਕ ਹੈ। ਹੁਣ ਤੁਸੀਂ ਇਹ ਕੋਈ ਪਹਿਲੀ ਔਰਤ ਨਹੀਂ ਹੈ, ਅਨਮੋਲ ਪਿੰਕੀ ਕੋਈ ਪਹਿਲੀ ਔਰਤ ਨਹੀਂ ਹੈ। ਇਸ ਤਰ੍ਹਾਂ ਦੀ ਕਿੰਨੀਆਂ ਹੀ ਔਰਤਾਂ ਮਾਰਕੀਟ ਦੇ ਵਿੱਚ ਆਈਆਂ ਨੇ, ਲੇਕਿਨ ਕਿਸੇ ਨੇ ਕੀ ਵਿਗਾੜ ਲਿਆ, ਕੁਛ ਨਹੀਂ ਵਿਗਾੜ। ਫਿਰ ਉਹ ਇੱਕ ਅਰਮਖਾਨ ਇੱਕ ਮੁੰਡਾ ਹੈਗਾ ਨੌਜਵਾਨ ਬਿਲਕੁਲ, ਤੇ ਉਹ ਵੀ ਮਨਸ਼ਿਆਤ ਦੇ ਕੇਸ ਦੇ ਵਿੱਚ ਮੁਲਵਿਸ ਹੈਗਾ, ਦੇਖ ਲਓ, ਉਹਨੂੰ ਵੀ ਕਿਸੇ ਨੇ ਕੁਝ ਨਹੀਂ ਕਿਹਾ। ਹੁਣ ਇਹਨਾਂ ਨੂੰ VIP ਪ੍ਰੋਟੋਕੋਲ ਮਿਲਦਾ ਹੈ ਤੇ ਇਹ VIP ਕਮਰਿਆਂ ਦੇ ਵਿੱਚ ਰਹਿੰਦੇ ਨੇ, ਉੱਥੇ ਆਪਣੀ ਮਰਜ਼ੀ ਦਾ ਖਾਣਾ ਖਾਂਦੇ ਨੇ, ਹਰ ਚੀਜ਼ ਉਹਨਾਂ ਨੂੰ ਮੈਸਰ ਹੈਗੀ ਹੈ ਤੇ ਇਹਨਾਂ ਦਾ ਬਾਲ ਵੀ ਬੀਕਾ ਨਹੀਂ ਕਿਸੇ ਨੇ ਹੋਣ ਦੇਣਾ। ਲੇਕਿਨ ਇੱਕ ਚੀਜ਼ ਇੱਕ ਮਾਰਕੀਟ ਦੇ ਵਿੱਚ ਆ ਗਈ ਹੈ, ਲੇਕਿਨ ਇਸ ਮਾਰਕੀਟ ਦੇ ਵਿੱਚ ਆਉਣ ਦੇ ਨਾਲ ਤੇ ਪੂਰੀ ਦੁਨੀਆ ਜਿਹੜੀ ਹੈ ਨਾ ਉਹ ਹੁਣ ਸਵਾਲ ਉਠਾ ਰਹੀ ਹੈ, ਉਂਗਲੀਆਂ ਉਠਾ ਰਹੀ ਹੈ ਸਿੰਧ ਹਕੂਮਤ ਦੀ ਕਾਰਕਰਦਗੀ ਦੇ ਉੱਤੇ ਕਿ ਸਿੰਧ ਹਕੂਮਤ ਜਿਹੜਾ ਨਾ ਜਰਾਇਮ ਕੰਟਰੋਲ ਕਰਨ ਦੇ ਵਿੱਚ ਬਿਲਕੁਲ ਹੀ ਨਾ ਨਾਕਾਮ ਰਹਿ ਚੁੱਕੀ ਹੈ। ਤੁਸੀਂ ਦੇਖ ਲਓ ਮੋਬਾਈਲ ਸਨੈਚਰ ਤੁਹਾਨੂੰ ਹਰ ਪਾਸੇ ਨਜ਼ਰ ਆਉਣਗੇ, ਬੰਦੂਕ ਕਲਚਰ ਉੱਤੇ ਜਿਹੜਾ ਨਾ ਆਮ ਹੈਗਾ, ਹਰ ਕਿਸਮ ਦੀ ਤੁਹਾਨੂੰ ਜਿਹੜਾ ਨਾ ਉੱਥੇ ਗੁੰਡਾਗਰਦੀ ਤੇ ਕ੍ਰਾਈਮ ਜਿਹੜਾ ਨਾ ਮਾਫੀਆ ਤੁਹਾਨੂੰ ਨਜ਼ਰ ਆਏਗਾ। ਕੋਈ ਕੁਝ ਨਹੀਂ ਕਰ ਸਕਦਾ, ਕੋਈ ਕਿਸੇ ਨੂੰ ਕੁਝ ਸਕੂਨ ਨਹੀਂ ਦੇ ਸਕਦਾ, ਨਾ ਇਨਸਾਫ ਦੇ ਸਕਦਾ। ਆਏ ਰੋਜ਼ ਉੱਥੇ ਕਤਲ ਹੁੰਦੇ ਰਹਿੰਦੇ ਨੇ ਤੇ ਇਹ ਜਿਹੜਾ ਨਾ ਸਿੰਧ ਹਕੂਮਤ ਦੇ ਉੱਤੇ ਇੱਕ ਚੈਲੰਜ ਵੀ ਹੈ ਤੇ ਇੱਕ ਮੈਂ ਸਮਝਣਾ ਕਿ ਇਹਨਾਂ ਨੂੰ ਜਿਹੜਾ ਨਾ ਇਹ ਚੈਲੰਜ ਜਿਹੜਾ ਨਾ ਇਹ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਸੋਲਵ ਕਰਨਾ ਚਾਹੀਦਾ। ਪਹਿਲੇ ਉਹ ਅਰਮਾਨ ਦਾ ਤੇ ਪਹਿਲੇ ਮਸਲਾ ਹੱਲ ਕਰਨ, ਉਹ ਹਲੇ ਤੱਕ ਲਟਕਿਆ ਹੋਇਆ ਤੇ ਹੁਣ ਇੱਕ ਅਨਮੋਲ ਪਿੰਕੀ ਆ ਗਈ ਤੇ ਇਹਨੂੰ ਵੀ ਉਹੀ ਸਹੀ VIP ਪ੍ਰੋਟੋਕੋਲ ਦੇ ਵਿੱਚ ਰੱਖਣਗੇ। ਸਜ਼ਾ ਸਜ਼ੂ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਹੋਏਗੀ। ਬਹਰਹਾਲ ਅਨਮੋਲ ਪਿੰਕੀ ਜਿਹੜੀ ਨਾ ਇੱਕ ਹੋਰ ਮਾਰਕੀਟ ਦੇ ਵਿੱਚ ਆਈ ਹੈ ਤੇ ਦੇਖੋ ਹੁਣ ਅੱਗੇ ਕੇਸ ਕਿਸ ਤਰ੍ਹਾਂ ਜਾਂਦਾ। ਅੱਛਾ ਜਨਾਬ, ਇੱਕ ਸੋਸ਼ਲ ਮੀਡੀਆ ਐਕਟਿਵਿਸਟ ਹੈਗਾ PTI ਦਾ, ਬਹੁਤ ਟਵੀਟਾਂ ਕਰਦਾ, ਆਪਣੇ ਮੁਖਾਲਫੀਨ ਨੂੰ ਬਹੁਤ ਜ਼ਿਆਦਾ ਜਿਹੜਾ ਨਾ ਉਹ ਟਰੋਲ ਕਰਦਾ। ਮੁਸਲਿਮ ਲੀਗ ਨੂਨ ਹੋਏ, ਪੀਪਲ ਪਾਰਟੀ ਹੋਏ, ਮੌਲਾਨਾ ਫਜ਼ਲ ਰਹਿਮਾਨ ਵਗੈਰਾ ਜਿੰਨੇ ਵੀ ਨੇ ਤੇ ਆਪਣੇ ਜਿਹੜੇ ਫੌਜੀ ਜਿਹੜੇ ਹਜ਼ਰਾਤ ਨੇ, ਠੀਕ ਹੈ, ਉਹਨਾਂ ਨੂੰ ਬਹੁਤ ਜ਼ਿਆਦਾ ਟਰੋਲ ਕਰਦਾ ਤੇ ਆਏ ਦਿਨ ਕੋਈ ਨਾ ਕੋਈ ਸਰਵੇ ਕੱਢੀ ਰੱਖਦਾ ਤੇ ਉਸ ਸਰਵੇ ਦੇ ਵਿੱਚ ਬਸ ਇਹੀ ਬਕਵਾਸ ਕਰਦਾ ਸੀ
ਕਿ ਜੀ ਕਿ ਇਹਨਾਂ ਤੋਂ ਪਹਿਲੇ ਕੌਣ ਮਰੇਗਾ, ਪਹਿਲੇ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਦਿਓ ਕਿ ਇਹਨਾਂ ਤੋਂ ਪਹਿਲੇ ਸਭ ਤੋਂ ਪਹਿਲੇ ਕੌਣ ਫੌਤ ਹੋਏਗਾ। ਠੀਕ ਹੈ। ਤੇ ਜਨਾਬ ਜਿਹੜਾ ਦੂਸਰਿਆਂ ਦੀ ਮੌਤ ਦੇ ਸਰਵੇ ਕਰਵਾਉਂਦਾ ਸੀ, ਅੱਜ ਉਹ ਸ਼ਖਸ ਆਪ ਦੁਨੀਆ ਤੋਂ ਚਲਾ ਗਿਆ। ਜੀ ਜਨਾਬ, 3-4 ਦਿਨ ਪਹਿਲੇ ਉਹਦਾ ਇੰਤਕਾਲ ਹੋ ਗਿਆ, ਕਿਉਂਕਿ 3-4 ਦਿਨ ਹੋ ਗਏ ਉਹਦੀ ਕੋਈ ਟਵੀਟ ਨਹੀਂ ਆ ਰਹੀ ਸੀ, ਕੋਈ ਪੋਸਟ ਨਹੀਂ ਆ ਰਹੀ ਸੀ ਟਵਿੱਟਰ ਦੇ ਉੱਤੇ। ਨਹੀਂ ਤੇ ਹਰ ਵਾਰੀ ਉਹਦੀ ਸੀ ਨਾ ਕੋਈ ਟਵੀਟ ਵਗੈਰਾ ਆਈ ਹੁੰਦੀ ਸੀ। ਤੇ ਉਹ ਜਨਾਬ 3-4 ਦਿਨ ਪਹਿਲੇ ਉਹਨੂੰ ਕੋਈ ਹਾਰਟ ਅਟੈਕ ਹੋਇਆ, ਤੇ ਉਹ ਹਾਰਟ ਅਟੈਕ ਦੇ ਵਿੱਚ ਜਿਹੜਾ ਸੀ ਨਾ ਉਹ ਦੁਨੀਆ ਤੋਂ ਰੁਖਸਤ ਹੋ ਚੁੱਕਿਆ। ਅਸੀਂ ਦੁਆ ਕਰਾਂਗੇ ਅੱਲਾਹ ਤਾਲਾ ਉਹਦੇ ਵਾਸਤੇ ਆਸਾਨੀਆਂ ਪੈਦਾ ਕਰੇ, ਤੇ ਅੱਲਾਹ ਤਾਲਾ ਉਹਦੇ ਮੰਜ਼ਿਲ ਆਸਾਨ ਕਰੇ ਤੇ ਉਹਦੀ ਮਗਫਰਤ ਫਰਮਾਏ, ਕਿਉਂਕਿ ਦੁਨੀਆ ਦੇ ਵਿੱਚ ਜੋ ਕੰਮ ਕਰਕੇ ਗਿਆ ਤੇ ਉਹ ਕੋਈ ਅੱਛੇ ਕੰਮ ਕਰਕੇ ਨਹੀਂ ਗਿਆ। ਇਸੇ ਲਈ ਕਹਿੰਦੇ ਆ ਕਿ ਕਿਸੇ ਦੀ ਮੌਤ ਦੇ ਵਾਸਤੇ ਇਸ ਤਰ੍ਹਾਂ ਦੀ ਗੱਲ ਮਤ ਕਰਿਆ ਕਰੋ। ਠੀਕ ਹੈ, ਤੁਸੀਂ ਸਿਆਸੀ ਦੁਸ਼ਮਣੀ ਜ਼ਰੂਰ ਰੱਖੋ, ਲੇਕਿਨ ਇਸ ਹੱਦ ਤੱਕ ਮਤ ਚਲੇ ਜਾਓ ਕਿ ਅਗਲੇ ਦੀਆਂ ਮੌਤ ਦੀਆਂ ਦੁਆਵਾਂ ਤੁਸੀਂ ਕਰਦੇ ਰਹੋ। ਅਸੀਂ ਵੀ ਇਮਰਾਨ ਖਾਨ ਦੇ ਨੱਕ ਦੇ ਹਾਂ, ਲੇਕਿਨ ਅੱਜ ਤੱਕ ਅਸੀਂ ਇਮਰਾਨ ਖਾਨ ਦੀ ਮੌਤ ਦੀ ਕਦੀ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ, ਨਾ ਕੋਈ ਇਸ ਤਰ੍ਹਾਂ ਦੇ ਕੋਈ ਸਰਵੇ ਕੀਤੇ ਨੇ, ਨਾ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੈ। ਤੇ ਅਸੀਂ ਸਿਰਫ ਉਹਦੀ ਸਿਆਸਤ ਦੇ ਉੱਤੇ ਸਿਰਫ ਕ੍ਰਿਟਿਸਿਜ਼ਮ ਕਰਨੇ ਆ। ਬਾਕੀ ਜ਼ਿੰਦਗੀ ਮੌਤ ਅੱਲਾ ਦੇ ਹੱਥ ਦੇ ਚਾਹੀਏ। ਅੱਲਾ ਨੂੰ ਪਤਾ ਮੈਂ ਕਿਸ ਟਾਈਮ ਤੇ ਕਿੰਨੇ ਵਜੇ ਜਿਹੜਾ ਨਾ ਉਸ ਬੰਦੇ ਨੂੰ ਲੈ ਕੇ ਜਾਣਾ। ਇਹ ਇਨਸਾਨ ਜਿਹੜਾ ਨਾ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਨਾ ਤੇ ਆਪਣੇ ਆਪ ਨੂੰ ਖੁਦਾ ਜਦੋਂ ਬਣਾ ਲੈਂਦਾ ਨਾ, ਫਿਰ ਅੱਲਾਹ ਤਾਲਾ ਫਿਰ ਉਹਨੂੰ ਉਸ ਤਰ੍ਹਾਂ ਫਿਰ ਡੀਲ ਕਰਦਾ ਕਿ ਇੱਧਰ ਆ ਖੁਦਾ, ਮੈਂ ਆ, ਤੂੰ ਨਹੀਂ ਹੈ। ਤੇ ਤੂੰ ਕੌਣ ਹੁੰਦਾ ਵੀ ਕਿਸੇ ਦੀ ਮੌਤ ਦੀ ਇਸ ਤਰ੍ਹਾਂ ਸਰਵੇ ਕਰਾਉਣ ਵਾਲਾ। ਤੇ ਜਿਹੜਾ ਦੂਸਰਿਆਂ ਦੇ ਸਰਵੇ ਕਰਵਾ ਰਿਹਾ ਸੀ, ਅੱਜ ਉਹ ਆਪ ਦੁਨੀਆ ਤੋਂ ਚਲਾ ਗਿਆ। ਤੇ ਮੇਰੇ ਜਿਹੜੇ PTI ਦੇ ਜਿਹੜੇ ਲੋਕ ਨੇ, ਜਿਹੜੇ ਮੇਰੇ ਭਰਾ ਨੇ, ਤੇ ਮੈਂ ਸਿਰਫ ਇਹੀ ਕਹਾਂਗਾ ਕਿ ਕੁਛ ਖੁਦਾ ਦਾ ਖੌਫ ਕਰੋ। ਹਰ ਵੀ ਵਕਤ ਹੈਗਾ, ਸੰਭਲ ਜਾਓ, ਸਿੱਧੇ ਰਸਤੇ 'ਚ ਆ ਜਾਓ, ਸਿਆਸਤ ਕਰੋ, ਮੁਖਾਲਫਤ ਕਰੋ, ਲੇਕਿਨ ਗਾਲਮ ਗਲੋਚ ਨਾ ਕਰੋ, ਤੇ ਨਾ ਹੀ ਕੋਈ ਜਿਹੜਾ ਨਾ ਕਿ ਪਾਕਿਸਤਾਨ ਦੇ ਖਿਲਾਫ ਕੋਈ ਮੁਗਲਜ਼ਾਤ ਪਕੜੋ, ਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਗੱਲ ਕਰੋ ਕਿ ਤੁਸੀਂ ਬਾਅਦ ਦੇ 'ਚੋਂ ਪਛੇਮਾਨ ਹੋ, ਕਿਉਂਕਿ ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ ਹੈ। ਤੇ ਲਿਹਾਜ਼ਾ ਆਪਣੀ ਜਿਹੜਾ ਨਾ ਇਸਲਾਹ ਕਰ ਲਓ, ਇਹੀ ਵਕਤ ਹੈਗਾ। ਜਨਾਬ, ਮੇਰੀ ਹੁਣੀ ਥੋੜ੍ਹੀ ਦੇਰ ਪਹਿਲੇ ਪਾਕਿਸਤਾਨ ਦੇ ਵਿੱਚ ਮੌਜੂਦ ਇੱਕ ਸਹਾਫੀ ਹੈਗੇ ਨੇ, ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ। ਮੈਨੂੰ ਉਹਨਾਂ ਨੇ ਮਨਾ ਕੀਤਾ ਕਿ ਮੇਰਾ ਨਾਮ ਤੁਸੀਂ ਜਿਹੜਾ ਨਾ ਦੱਸਣਾ ਨਹੀਂ ਗਾ। ਬਸ ਉਹਨਾਂ ਨੇ ਮੇਰੇ ਨਾਲ ਇਹ ਕਿਹਾ ਕਿ ਤੁਸੀਂ ਵੀਲੌਗ ਆਪਣਾ ਕਰਦੇ ਹੋ, ਤੇ ਉਹ ਵੀ ਬੜੇ ਮਸ਼ਹੂਰ ਹੈਗੇ ਨੇ, ਵੀਲੌਗ ਕਰਦੇ ਨੇ, ਟਵੀਟਾਂ ਵੀ ਕਰਦੇ ਨੇ, ਬੜੇ ਮਸ਼ਹੂਰ ਨੇ, ਹਰ ਪ੍ਰੋਗਰਾਮ ਦੇ ਵਿੱਚ ਜਾਂਦੇ ਨੇ ਉਹ, ਤੇ ਮੇਰੇ ਵੱਡੇ ਭਰਾ ਦੀ ਤਰ੍ਹਾਂ ਹੈਗੇ ਨੇ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਪਣੇ ਵੀਲੌਗ ਦੇ ਵਿੱਚ ਜਿਹੜਾ ਨਾ ਤੁਸੀਂ ਵੀ ਇਹ ਗੱਲ ਨੂੰ ਉਜਾਗਰ ਕਰੋ, ਤੇ ਜਿੰਨਾ ਉਜਾਗਰ ਕਰੋਗੇ ਉਨਾ ਹੁਕੂਮਤ ਜਿਹੜਾ ਨਾ ਇਸ ਚੀਜ਼ ਨੂੰ ਜਿਹੜਾ ਨਾ ਨੋਟਿਸ ਕਰੇਗੀ। ਹੁਣ ਮੈਨੂੰ ਉਹਨਾਂ ਨੇ ਕਿਹਾ ਕਿ ਜੀ ਮਹਿੰਗਾਈ ਦਾ ਇੱਥੇ ਤੂਫਾਨ ਆਇਆ ਪਿਆ, ਪੈਟਰੋਲ ਇੰਨਾ ਮਹਿੰਗਾ ਹੋ ਗਿਆ ਕਿ ਪੈਟਰੋਲ ਦੀ ਵਜ੍ਹਾ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਹਿੰਗੀਆਂ ਹੋ ਗਈਆਂ ਨੇ। ਬਿਜਲੀ ਵੀ ਮਹਿੰਗੀ ਹੈ, ਗੈਸ ਵੀ ਮਹਿੰਗੀ ਹੈ, ਪੈਟਰੋਲ ਵੀ ਮਹਿੰਗਾ ਹੈ, ਤੇ ਖਾਣ ਪੀਣ ਦੀ ਚੀਜ਼ਾਂ ਵੀ ਬਹੁਤ ਮਹਿੰਗੀਆਂ ਹੋਈਆਂ ਨੇ। ਤੇ ਹੁਕੂਮਤ ਜਿਹੜੇ ਆ ਨਾ ਉਹ ਇਸ ਚੀਜ਼ ਨੂੰ ਬਿਲਕੁਲ ਵੀ ਜਿਹੜਾ ਨਾ ਉਹ ਨੋਟਿਸ ਨਹੀਂ ਲੈ ਰਹੀ। ਤੇ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਵੀਲੌਗ ਦੇ ਵਿੱਚ ਕਹੋ ਕਿ ਹੁਕੂਮਤ ਨੂੰ ਕਿ ਤੁਸੀਂ ਬਰਾਏ ਮਿਹਰਬਾਨੀ ਪੈਟਰੋਲ ਦੀ ਕੀਮਤ 215 ਜਾਂ 220 ਤੱਕ ਲੈ ਕੇ ਆਉਣ, ਤੇ ਇਹ ਜਿਹੜਾ 400 ਤੋਂ ਉੱਤੇ ਪੈਟਰੋਲ ਦੀ ਕੀਮਤ ਚਲੀ ਗਈ ਨਾ, ਇਹ ਨਾਕਾਬਲੇ ਬਰਦਾਸ਼ਤ ਹੈ, ਨਾ ਨਾਕਾਬਲੇ ਕਬੂਲ ਹੈਗੀ। ਤੇ ਇਹਨੂੰ ਕੋਈ ਵੀ ਕਬੂਲ ਕਰਨ ਨੂੰ ਤਿਆਰ ਨਹੀਂ ਹੈਗਾ। ਤੇ ਜਿੰਨੀ ਜਲਦੀ ਹੋ ਸਕਦਾ ਤੁਸੀਂ ਇਹ ਪੈਟਰੋਲ ਦੀ ਕੀਮਤ ਨੂੰ ਘੱਟ ਕਰੋ, ਆਵਾਮ ਨੂੰ ਰਿਲੀਫ ਦਿਓ, ਚੀਜ਼ਾਂ ਨੂੰ ਜਿਹੜਾ ਨਾ ਉਹਨਾਂ ਦੀ ਦੁਬਾਰਾ ਉਸੇ ਰੇਂਜ ਦੇ ਵਿੱਚ ਲੈ ਕੇ ਆਓ ਜਿਹੜੀ ਉਹਦੀ ਇੱਕ ਕੀਮਤ ਹੈਗੀ ਸੀ ਤੇ ਜਿਹਦੀ ਆਵਾਮ ਖਰੀਦ ਸਕਦੀ ਸੀ। ਹੁਣ ਆਵਾਮ ਦੇ ਵਿੱਚ ਤੇ ਇੰਨੀ ਸਖਤ ਨਹੀਂ ਰਹਿ ਗਈ ਕਿ ਉਹ 2 ਵਕਤ ਦੀ ਰੋਟੀ ਖਾਏ। ਖੁਦਕੁਸ਼ੀਆਂ ਉੱਥੇ ਹੋਣੀਆਂ ਸ਼ੁਰੂ ਹੋ ਗਈਆਂ ਨੇ। ਇਹ ਮੈਨੂੰ ਉਹ ਮੇਰੇ ਸਹਾਫੀ ਭਰਾ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਉੱਥੇ ਖੁਦਕੁਸ਼ੀਆਂ ਜਿਹੜੀਆਂ ਨੇ ਨਾ ਉਹ ਅਰੂਜ ਫੜ ਰਹੀਆਂ ਨੇ, ਤੇ ਹੁਕੂਮਤ ਨੂੰ ਲੋਕੀ ਜਿਹੜਾ ਨਾ ਹੁਣ ਬੁਰਾ ਭਲਾ ਕਰ ਰਹੇ ਨੇ। ਤੁਹਾਡੀ ਜਿਹੜੀ ਪਾਪੂਲੈਰਿਟੀ ਦਾ ਜਿਹੜਾ ਗ੍ਰਾਫ ਹੈਗਾ ਉਹ ਜਿਹੜਾ ਨਾ ਥੱਲੇ ਆ ਰਿਹਾ ਜੀ। ਪੂਰੀ ਦੁਨੀਆ ਦੇ ਵਿੱਚ ਬੇਸ਼ੱਕ ਤੁਹਾਡਾ ਜਿਹੜਾ ਨਾ ਇੱਕ ਤੁਸੀਂ ਮਕਬੂਲ ਹੈਗੇ ਹੋ ਤੇ ਤੁਸੀਂ ਮਸ਼ਹੂਰ ਹੈਗੇ ਹੋ, ਸਾਰੀ ਦੁਨੀਆ ਤੁਹਾਡੀ ਤਾਰੀਫ ਕਰਦੀ, ਤੁਹਾਡੀ ਸਫਾਰਤਕਾਰੀ ਦੀ ਤੇ ਤੁਹਾਡੀ ਸਾਲਸੀ ਦੀ, ਲੇਕਿਨ ਪਾਕਿਸਤਾਨ ਦੇ ਅੰਦਰ ਜਿਹੜਾ ਨਾ ਤੁਸੀਂ ਇੰਨੇ ਮਸ਼ਹੂਰ ਨਹੀਂ ਹੋ ਰਹੇ ਹੋ, ਤੇ ਤੁਸੀਂ ਜਿਹੜੇ ਨਾ ਦਿਨ ਬ ਦਿਨ ਜਿਹੜਾ ਨਾ ਤੁਹਾਡੀ ਪਾਪੂਲੈਰਿਟੀ ਜਿਹੜੀ ਨਾ ਉਹ ਥੱਲੇ ਜਾ ਰਹੀ ਹੈ। ਤੇ ਬਰਾਏ ਮਿਹਰਬਾਨੀ ਸ਼ਹਬਾਜ਼ ਸ਼ਰੀਫ ਸਾਹਿਬ ਇਸ ਚੀਜ਼ ਨੂੰ ਜਿਹੜਾ ਨਾ ਪਲੀਜ਼ ਸੰਜੀਦਗੀ ਦੇ ਨਾਲ ਲਵੋ, ਆਵਾਮ ਦੇ ਬਾਰੇ 'ਚ ਸੋਚੋ। ਜਿਹੜੀ ਕਰਪਟ ਅਸ਼ਰਾਫੀ ਹੈ ਉਹਨੂੰ ਟੈਕਸ ਨੈੱਟ ਦੇ ਵਿੱਚ ਲੈ ਕੇ ਆਓ, ਬਜਾਏ ਇਸ ਦੇ ਕਿ ਤੁਸੀਂ ਗਰੀਬਾਂ ਦੇ ਕੋਲੋਂ ਟੈਕਸ ਲਵੋ, ਗਰੀਬਾਂ ਨੂੰ ਰਿਲੀਫ ਦਿਓ। ਤੇ ਅਸ਼ਰਾਫੀ ਹੈ ਜਿਹੜੀ ਕਰਪਟ ਅਸ਼ਰਾਫੀ ਹੈ ਜਿਹੜੀ ਟੈਕਸ ਨਹੀਂ ਦੇ ਰਹੀ ਹੈ, ਜਿਹਨਾਂ ਨੇ ਹਰਾਮ ਦਾ ਪੈਸਾ ਇਕੱਠਾ ਕੀਤਾ ਹੈ, ਉਹਨਾਂ ਨੂੰ ਟੈਕਸ ਨੈੱਟ ਦੇ ਵਿੱਚ ਲੈ ਕੇ ਆਓ ਤੇ ਉਹਨਾਂ ਦੇ ਗਿਰਦ ਸ਼ਿਕੰਜਾ ਜਿਹੜਾ ਨਾ ਉਹ ਤੇਜ਼ ਕਰੋ, ਲੇਕਿਨ ਆਵਾਮ ਨੂੰ ਜਿਹੜਾ ਨਾ ਰਿਲੀਫ ਦਿਓ। ਵਰਨਾ ਆਉਣ ਵਾਲਾ ਵਕਤ ਜਿਹੜਾ ਨਾ ਉਹ ਫਿਰ ਤੁਹਾਡੇ ਵਾਸਤੇ ਕੋਈ ਅੱਛਾ ਮੈਨੂੰ ਲੱਗਦਾ ਹੋਇਆ ਨਜ਼ਰ ਨਹੀਂ ਆ ਰਿਹਾ। ਤੇ
ਤੇ ਸਹਾਫੀ ਜਿਹੜੇ ਹੁੰਦੇ ਸਨ ਉਹਨਾਂ ਨੇ ਜਿਹੜਾ ਸੀ ਨਾ ਇੱਕ ਆਪਣਾ ਇੱਕ ਇਜ਼ਹਾਰ ਕੀਤਾ। ਉਹ ਵੀ ਆਏ ਦਿਨ ਜਿਹੜਾ ਨਾ ਆਪਣੇ ਵੀਲੌਗ ਦੇ ਵਿੱਚ ਤੁਹਾਨੂੰ ਤੁਹਾਡਾ ਧਿਆਨ ਇਸ ਪਾਸੇ ਪਾਉਂਦੇ ਨੇ, ਪਰ ਸਮਝ ਨਹੀਂ ਆ ਰਹੀ ਤੁਹਾਡੇ ਸੱਜੇ ਖੱਬੇ ਜਿਹੜੇ ਮਿਨਿਸਟਰ ਬੈਠੇ ਨੇ ਉਹ ਕਿਉਂ ਜਿਹੜੇ ਨੇ ਉਹ ਗਾਫਿਲ ਹੋਏ ਨੇ, ਜਾਂ ਤੁਸੀਂ ਅਗਲਾ ਇਲੈਕਸ਼ਨ ਤਈਆ ਕਰ ਲਿਆ ਕਿ ਨਹੀਂ ਜਿੱਤਣਾ, ਤੇ ਜੇ ਜਿੱਤਣਾ ਤੇ ਫਿਰ ਬਰਾਏ ਮਿਹਰਬਾਨੀ ਆਵਾਮ ਨੂੰ ਰਿਲੀਫ ਦਿਓ, ਕਿਉਂਕਿ ਆਵਾਮ ਨੂੰ ਰਿਲੀਫ ਦਿਓਗੇ ਤੇ ਤੁਹਾਡੀ ਹੁਕੂਮਤ ਦੁਬਾਰਾ ਬਣੇਗੀ, ਵਰਨਾ ਮੈਨੂੰ ਜਿਹੜਾ ਨਾ ਤੁਹਾਡੀ ਦੁਬਾਰਾ ਹੁਕੂਮਤ ਬਣਦੀ ਹੋਈ ਨਜ਼ਰ ਨਹੀਂ ਆ ਰਹੀ, ਕਿਉਂਕਿ ਇਹਨਾਂ 2-2.5 ਸਾਲਾਂ ਦੇ ਵਿੱਚ ਜਿਹੜਾ ਨਾ ਮਹਿੰਗਾਈ ਬਹੁਤ ਉੱਤੇ ਚਲੀ ਗਈ ਜੇ। ਤੇ ਇਹ ਮੈਂ ਇੱਕ ਰਿਕੁਐਸਟ ਵੀ ਸੀ ਤੇ ਇੱਕ ਇਲਤਜਾ ਵੀ ਹੈ, ਤੇ ਮੈਨੂੰ ਉਮੀਦ ਹੈ ਕਿ ਹੁਕੂਮਤ ਜਿਹੜੀ ਹੈ ਮਹਿੰਗਾਈ ਨੂੰ ਵੀ ਕੰਟਰੋਲ ਕਰੇਗੀ ਤੇ ਪੈਟਰੋਲ ਦੀ ਕੀਮਤ 215 ਜਾਂ 220 ਤੱਕ ਜ਼ਰੂਰ ਲੈ ਕੇ ਆਏਗੀ। ਮੈਂ ਆਪਣਾ ਵੀਲੌਗ ਇਸ ਨਾਰੇ ਦੇ ਨਾਲ ख़त्म करना, पाकिस्तान हमेशा जिंदाबाद।